ਸਾਡੇ ਨਾਲ ਜੀਪ ਲਵਰ ਕਲੱਬ ਟੋਰਾਂਟੋ ਤੋਂ ਐਨਫੀਲਡ ਰੋਇਲ ਐਨਫੀਲਡ ਬੁਲਟ ਮੋਟਰਸਾਈਕਲਾਂ ਦਾ ਕਲੱਬ ਆ, ਇੱਕ ਪੰਜਾਬ ਮੋਟਰਸਾਈਕਲ ਕਲੱਬ ਆ, ਉਹਨਾਂ ਦਾ ਸਾਰਿਆਂ ਦਾ ਸਾਨੂੰ ਸਾਥ ਆ, ਸਾਰੇ ਸਾਨੂੰ ਜੁਆਇਨ ਕਰ ਰਹੇ ਆ। ਪਰ ਜਿਹੜਾ ਪਲੇਟਫਾਰਮ ਆ ਉਹ ਸਿੱਖ ਮੋਟਰਸਾਈਕਲ ਕਲੱਬ ਦਾ। ਇਹ ਉਹਨਾਂ ਨੇ ਹਿੰਦੂਵਾਦ ਦਾ ਏਜੰਡਾ, ਜਦੋਂ ਤੋਂ ਬੀਜੇਪੀ ਆਈ ਆ ਉਹ ਹਿੰਦੂਵਾਦ ਦਾ ਏਜੰਡਾ ਪ੍ਰਮੋਟ ਕਰਨਾ ਚਾਹੁੰਦੇ ਨੇ। ਪਰ ਬਦਕਿਸਮਤੀ ਉਸ ਮੁਲਕ ਦੀ ਇਹ ਆ ਵੀ ਉੱਥੇ ਕਹਿੰਦੇ ਤਾਂ ਹੈਗੇ ਆ ਡੈਮੋਕ੍ਰੇਸੀ, ਪਰ ਡੈਮੋਕ੍ਰੇਸੀ ਵਾਲੀ ਗੱਲ ਕੋਈ ਨਹੀਂ। जी बिल्कुल, ਜਿਹੜਾ ਉੱਥੇ ਫਿਰਕੂਪੁਣਾ ਹੈ, ਜਿਹੜਾ ਲੋਕਾਂ ਨੂੰ ਡਿਵਾਈਡ ਕਰਨ ਦੀ ਜਿਹੜੀ ਰਾਜਨੀਤੀ ਹੈ, ਇਹ ਉਹ ਸਰਕਾਰਾਂ ਅਪਣਾਉਂਦੀਆਂ ਨੇ। ਅੱਜ ਤਾਂ ਪੰਜਾਬ ਤਾਂ ਅੱਜ ਵੀ ਚਾਹੇ ਚੜ੍ਹਦਾ ਹੈ ਚਾਹੇ ਲਹਿੰਦਾ ਹੈ, ਜਦ ਵੀ ਅੱਜ ਅਸੀਂ ਲਹਿੰਦੇ ਪੰਜਾਬ ਤੋਂ ਵੀ ਕਿਸੇ ਨੂੰ ਮਿਲਦੇ ਹਾਂ ਤਾਂ ਅਸੀਂ ਉਹ ਲੱਗੀਆਂ ਹੋਈਆਂ ਤਾਰਾਂ ਨੂੰ ਭੁੱਲ ਜਾਂਦੇ ਹਾਂ। ਮੈਂ ਖੁਦ ਇੱਕ ਬਾਰਡਰ ਏਰੀਆ ਨੂੰ ਬਿਲੋਂਗ ਕਰਦਾ, ਪਰ IAS ਕਪੂਰ ਸਿੰਘ, DC ਕਪੂਰ ਸਿੰਘ ਨੇ ਗੱਲ ਅੰਮ੍ਰਿਤਸਰ ਦੀਆਂ ਗੱਲ ਕਹੀ ਕਿ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਿਹਾ ਜਾ ਰਿਹਾ। ਕੀ ਸਿੱਖ ਜਰੈਮ ਪੇਸ਼ਾ ਨੇ? ਸੋ ਉਦੋਂ ਦੀਆਂ ਕਹਾਣੀਆਂ ਨੂੰ ਅਸੀਂ ਹੁਣ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਇਹ ਇੱਕ ਕਹਾਣੀ ਨੂੰ ਟਵਿਸਟ ਦੇਣ ਦਾ ਸਰਕਾਰਾਂ ਦੇ ਹਮੇਸ਼ਾ ਹੱਥ ਕੰਡੇ ਵਿੱਚ ਲੀਡਰ ਖੇਡਦੇ ਨੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਆਮ ਆਵਾਮ ਉੱਠ ਪਿਆ, ਇਹ ਕੁਰਸੀਆਂ ਉਹ ਇਹਨਾਂ ਕੋਲੋਂ ਖੋਹ ਲੈਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਟੋਰਾਂਟੋ ਵੁੱਡਵਾਈਨ ਸੈਂਟਰ ਦੀ ਪਾਰਕਿੰਗ ਦੇ ਵਿੱਚ ਹਾਂ, ਜਿੱਥੇ ਜਿਹੜਾ ਇੰਡੀਆ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਲੱਖੀਪੁਰ ਦੇ ਵਿੱਚ ਜਿਹੜਾ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਤੇ ਉਹਨਾਂ ਦੇ ਉੱਪਰ ਜੀਪ ਚੜਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਔਰ ਉਸੇ ਸਬੰਧ ਦੇ ਵਿੱਚ ਅੱਜ ਕੈਨੇਡਾ ਦੇ ਵਿੱਚ ਉਸੇ ਸਬੰਧ ਰੋਸ ਦੇ ਵਿੱਚ ਸਿੱਖ ਜਿਹੜੇ ਮੋਟਰਸਾਈਕਲ ਕਲੱਬ ਆ ਕੈਨੇਡਾ ਔਰ ਅਮਰੀਕਾ, ਉਹਨਾਂ ਕੰਨਿਓ ਅੱਜ 11 ਵਜੇ ਇੱਕ ਰੈਲੀ ਕੱਢੀ ਜਾ ਰਹੀ ਹੈ, ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਇੱਕੋ ਟਾਈਮ ਦੇ ਵਿੱਚ ਸਾਰੇ ਇਕੱਠੇ ਹੀ ਰੈਲੀ ਦਾ ਆਗਾਜ਼ ਕਰਨਗੇ। ਅਸੀਂ ਸਾਡੇ ਨਾਲ ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਔਰ ਉਹਨਾਂ ਤੋਂ ਪੁੱਛਦੇ ਹਾਂ ਜੀ ਕਿਸ ਤਰ੍ਹਾਂ ਇਹ ਰੈਲੀ ਸ਼ੁਰੂ ਹੋਈ। ਕਹਿੰਦਾ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਦਾ, ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ। ਵੈਸੇ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਇਹਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਜੀ। ਇਹ ਕੀ ਜਿਹੜੀ ਆਪਾਂ ਰੈਲੀ ਅੱਜ ਕੱਢ ਰਹੇ ਹਾਂ ਜੀ, ਇਹ ਇਕੱਲੀ ਸਿੱਖ ਜਿਹੜੇ ਮੋਟਰਸਾਈਕਲ ਕਲੱਬ ਆ ਉਹਨਾਂ ਕੰਨਿਓ ਕਿ ਕੋਈ ਹੋਰ ਵੀ ਇਹਦੇ ਵਿੱਚ ਐਡ ਹੋ ਰਿਹਾ ਜੀ? ਇਹਦੇ ਵਿੱਚ ਜੀ ਬੰਦੇ ਤਾਂ ਸਾਰੀਆਂ ਜਥੇਬੰਦੀਆਂ, ਸਾਰੀਆਂ ਸਿੱਖ ਜਥੇਬੰਦੀਆਂ ਦਾ ਸਾਨੂੰ ਸਾਥ ਆ, ਪਰ ਅਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਇਹ ਰੈਲੀ ਅਨਾਉਂਸ ਕੀਤੀ ਸੀ। ਸਾਡੇ ਨਾਲ ਜੀਪ ਲਵਰ ਕਲੱਬ ਟੋਰਾਂਟੋ ਤੋਂ ਐਨਫੀਲਡ ਰੋਇਲ ਐਨਫੀਲਡ ਬੁਲਟ ਮੋਟਰਸਾਈਕਲਾਂ ਦਾ ਕਲੱਬ ਆ, ਇੱਕ ਪੰਜਾਬ ਮੋਟਰਸਾਈਕਲ ਕਲੱਬ ਆ, ਉਹਨਾਂ ਦਾ ਸਾਰਿਆਂ ਦਾ ਸਾਨੂੰ ਸਾਥ ਆ, ਸਾਰੇ ਸਾਨੂੰ ਜੁਆਇਨ ਕਰ ਰਹੇ ਆ। ਪਰ ਜਿਹੜਾ ਪਲੇਟਫਾਰਮ ਆ ਉਹ ਸਿੱਖ ਮੋਟਰਸਾਈਕਲ ਕਲੱਬ ਦਾ। ਇਹ ਕਿਉਂਕਿ ਆਪਾਂ ਕੈਨੇਡਾ ਵਾਈਡ ਤੇ US ਤੇ ਜਿੰਨੇ ਵੀ ਸ਼ਹਿਰ ਆ ਆਪੋ ਆਪਣੇ ਸਮੇਂ ਦੇ ਮੁਤਾਬਕ 11 ਵਜੇ ਆਪੋ ਆਪਣੇ ਸਥਾਨਾਂ ਤੋਂ ਰੈਲੀ ਸਟਾਰਟ ਕਰਨਗੇ। ਆਪਾਂ 11 ਵਜੇ ਵੁੱਡਵਾਈਨ ਸੈਂਟਰ ਤੋਂ ਸਟਾਰਟ ਕਰਾਂਗੇ ਜੀ। ਜਿਹੜੀ ਇਹ ਰੈਲੀ ਹੋ ਰਹੀ ਹੈ ਜੀ, ਜਿਹੜਾ ਇੰਡੀਆ ਦੇ ਵਿੱਚ ਘਟਨਾਕ੍ਰਮ ਹੋਇਆ ਜੀ, ਅੱਗੇ ਵੀ ਹੁੰਦੇ ਰਹਿੰਦੇ ਨੇ ਔਰ ਮੌਕੇ ਸਮੇਂ-ਸਮੇਂ ਸਿਰ ਅਸੀਂ ਉਹਨਾਂ ਦੀਆਂ ਆਵਾਜ਼ਾਂ ਚੱਕਦੇ ਰਹਿੰਦੇ ਹਾਂ, ਪਰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਨੂੰ ਵੀ ਇਹ ਕੀ? ਕਿਉਂਕਿ ਜਿਹੜਾ ਜੇ BJP ਦੀ ਗੱਲ ਕੀਤੀ ਜਾਵੇ ਉਹਨਾਂ ਕੰਨੇ ਤੋਂ ਇਹ ਕਿਹਾ ਜਾ ਰਿਹਾ ਜੀ ਕਿਸਾਨਾਂ ਨੇ ਪਹਿਲਾਂ ਲਾਠੀਚਾਰਜ ਕੀਤਾ ਜੀ, ਪਥਰਾਵ ਕੀਤਾ, ਉਹਦੇ ਸੰਦਰਭ ਦੇ ਵਿੱਚ ਉਹ ਜੀਵ ਦਾ ਬੈਲੈਂਸ ਹੋ ਗਿਆ ਜੀ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਮਤਲਬ ਬਹਾਨੇਬਾਜ਼ੀ ਨੂੰ ਆਪਾਂ ਕਹਿ ਦਈਏ। ਤੁਸੀਂ ਕੀ ਸਮਝਦੇ ਹੋ ਜੀ ਵੀ ਇਹ ਕੀ ਹੋ ਰਿਹਾ? ਦੇਖੋ ਜੀ, ਇਸ ਤਰ੍ਹਾਂ ਹੈ ਗੱਲ ਵੀ ਜਿਹੜਾ ਇੰਡੀਆ ਦਾ ਮੀਡੀਆ ਉਹਦੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਹਾਂ। ਕੁਛ ਮੀਡੀਏ ਨੇ ਜਿਹੜੇ ਸੱਚ ਦੀ, ਹੱਕ ਦੀ ਗੱਲ ਕਰਦੇ ਨੇ, ਬਟ ਰਿਐਲਿਟੀ ਇਹ ਆ ਵੀ ਦੁਨੀਆ ਦੇ ਉੱਤੇ ਬੜੇ ਵਰੇ ਪਹਿਲਾਂ ਮੰਨ ਲਿਆ ਗਿਆ ਵੀ ਜਦੋਂ ਵੀ ਕਦੇ ਟੈਰਰਿਸਟ ਅਟੈਕ ਹੋਣਗੇ ਉਦੋਂ ਇਨੋਸੈਂਟ ਲੋਕਾਂ ਦੇ ਉੱਤੇ ਗੱਡੀਆਂ ਚੜ੍ਹਾ ਕੇ ਹੁਣ ਤੋਂ ਹਥਿਆਰਾਂ ਦੇ ਨਾਲ ਅਟੈਕ ਨਹੀਂ ਕਰਿਆ ਕਰਨਗੇ, ਇੱਦਾਂ ਕਰਿਆ ਕਰਨਗੇ। ਆਪਣੇ ਤੁਹਾਨੂੰ ਯਾਦ ਹੋਣਾ ਟੋਰਾਂਟੋ ਵਿੱਚ ਵੀ ਹੋਇਆ ਸੀ ਪਿਛਲੇ ਵੀਕ, ਉਹਨੂੰ ਸਜ਼ਾ ਹੋਈ ਆ, ਉਹਨੇ ਵੀ ਪੈਡੈਸਟਰੀਅਨ ਬੇਕਸੂਰ। ਇਹ ਉਸ ਤਰ੍ਹਾਂ ਦੀ ਐਕਟੀਵਿਟੀ ਆ, ਇਹਨੂੰ ਐਕਚੁਅਲੀ ਟੈਰਰਿਸਟ ਐਕਟੀਵਿਟੀ ਦੇ ਤੌਰ ਤੇ FIR ਦਰਜ ਹੋਣੀ ਚਾਹੀਦੀ ਸੀ। ਫॉर ਅਨਫੋਰਚੂਨੇਟਲੀ ਉੱਥੇ ਜਿੱਦਾਂ ਇਹ ਅਮੀਰਜ਼ਾਦੇ ਮਿਨਿਸਟਰ ਦਾ ਵਿਗੜਿਆ ਬੇਟਾ, ਉਹਦੀਆਂ ਜਿਹੜੀਆਂ ਤੁਸੀਂ ਗੱਲ ਕਰੀ ਆ ਵੀ ਕਿਸਾਨਾਂ ਨੇ ਪਹਿਲਾਂ ਉਕਸਾਹਟ ਪੈਦਾ ਕੀਤੀ ਜਾਂ ਕੋਈ ਬਹਾਨਾ ਦਿੱਤਾ, ਇਹ ਬਿਲਕੁਲ ਗੱਲ ਗਲਤ ਆ। ਕਿਉਂਕਿ ਉਹਦੀਆਂ ਵੀਡੀਓਜ਼ ਆਈਆਂ ਨੇ, ਉਹ ਸ਼ਾਊਟਿੰਗ ਕਰਦਾ, ਉਹ ਪੁੱਠੇ ਸਿੱਧੇ ਇਸ਼ਾਰੇ ਕਰਦਾ। ਫਿਰ ਉਹਨਾਂ ਨੇ ਪਲਾਨ ਕਰਕੇ ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਉੱਤੇ ਜੀਪ ਚੜਾਈ ਆ ਜੀ। ਜੀਪ ਚੜਾ ਕੇ ਆਪਣੇ ਨੌਜਵਾਨ, ਤਕਰੀਬਨ 5 ਤੋਂ ਵੱਧ ਨੌਜਵਾਨ ਵੀਰ ਭੈਣ ਭਰਾ ਜਿਹੜੇ ਬੇਕਸੂਰ ਆਪਦੇ ਹੱਕ ਦਾ ਮੁਜ਼ਾਹਰਾ ਕਰ ਸਕਦੇ, ਸਾਡੇ ਕੋਲੇ ਰਾਈਟ ਆ। ਅਸੀਂ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਇਹ ਸੰਘਰਸ਼ ਕਰ ਰਹੇ ਆ। ਉਹਦੇ ਰੋਸ ਵਜੋਂ ਜਦੋਂ ਆਪਾਂ ਬਾਹਰ ਬੈਠੇ ਆਪਾਂ ਕੀ ਕਰ ਸਕਦੇ ਹਾਂ? ਜਦੋਂ ਕੋਈ ਉੱਥੇ ਦੁਖਾਂਤ ਵਾਪਰਦਾ, ਇੱਦਾਂ ਦੀਆਂ ਅਜਾਈ ਜਾਨਾਂ ਚਲੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ, ਉਹਨਾਂ ਨੂੰ ਵਾਪਸ, ਜਿੱਥੇ ਵੀ ਸਿੱਖ ਪੰਜਾਬੀ ਵੱਸਦਾ ਉਹਦੇ ਮਨ 'ਚ ਹੂਕ ਉੱਠਦੀ ਆ।
ਉਹ ਹੂ ਕਰਕੇ ਅੱਜ ਬਹੁਤ ਵੱਡੇ ਤੌਰ ਤੇ ਸਾਨੂੰ ਸਪੋਰਟ ਮਿਲੀ ਆ ਸੰਗਤ ਦੀ। ਬੜੇ ਵੱਡੀ ਗਿਣਤੀ 'ਚ ਲੋਕਾਂ ਨੇ ਫੋਨ ਕੀਤੇ ਨੇ। ਆਪਾਂ ਆਪਣਾ ਰੋਸ ਦਰਜ ਕਰਾ ਰਹੇ ਹਾਂ। ਆਪਾਂ ਇੱਥੋਂ ਰੈਲੀ ਲੈ ਕੇ ਇੰਡੀਅਨ ਕੌਂਸਲੇਟ ਜਾਵਾਂਗੇ। ਇੰਡੀਅਨ ਕੌਂਸਲੇਟ ਤੋਂ ਬਾਅਦ ਜਿੰਨੇ ਵੀ ਮੋਟਰਸਾਈਕਲ ਹੋਣਗੇ ਜਾਂ ਕੁਝ ਸਿਲੈਕਟਡ ਜੀਪਾਂ, ਕਿਉਂਕਿ ਅਸੀਂ ਡੰਡਾਸ ਸਕੁਆਇਰ ਜਾਵਾਂਗੇ। ਉਹਦਾ ਕਾਰਨ ਇਹ ਆ ਵੀ ਡੰਡਾਸ ਸਕੁਆਇਰ ਪਾਰਕਿੰਗ ਦੀ ਪ੍ਰੋਬਲਮ ਆ, ਪਰ ਆਪਾਂ ਜਿੰਨੇ ਵੀ ਵੀਰ ਭੈਣ ਭਰਾ ਨੇ ਅਲੱਗ-ਅਲੱਗ ਥਾਂ 'ਤੇ ਪਾਰਕ ਕਰਕੇ ਡੰਡਾਸ ਸਿਕਿਉਰ ਆਓ। ਉੱਥੇ ਆਪਾਂ ਅੱਧਾ ਘੰਟਾ ਪਹਿਲਾਂ ਆਪਾਂ ਕੌਂਸਲੇਟ ਜਾਵਾਂਗੇ, ਇੰਡੀਅਨ ਕੌਂਸਲੇਟ। ਉਸ ਤੋਂ ਬਾਅਦ ਡੰਡਾਸ ਸਿਕਿਉਰ ਜਾਣ ਦਾ ਕਾਰਨ ਇਹ ਆ ਵੀ ਉੱਥੇ ਦੁਨੀਆ ਤੋਂ ਲੋਕ ਆਉਂਦੇ ਆ। ਆਪਾਂ ਲੋਕਾਂ ਨੂੰ ਦੱਸ ਕੇ ਵੀ ਸਾਡੇ ਨਾਲ ਕੀ ਹੋਇਆ। ਸਾਡਾ ਲੋਕਾਂ ਨੂੰ ਜਾਣੂ ਕਰਾਉਣ ਦਾ ਮਕਸਦ ਆ, ਰੋਸ ਦਰਜ ਕਰਾਉਣ ਦੇ ਨਾਲ। ਪਰ ਜੇ ਆਪਾਂ ਦੇਖਿਆ ਜਾਵੇ, ਜਿਵੇਂ ਤੁਸੀਂ ਦੱਸਿਆ ਵੀ ਅੱਗੇ ਵੀ ਇਸ ਤਰ੍ਹਾਂ ਦੇ ਹੁੰਦੇ ਰਹਿੰਦੇ, ਜਿਵੇਂ ਇੱਥੇ ਵੀ ਹੋਇਆ, ਤੇ ਜਿਵੇਂ ਕੋਈ ਵੀ ਆਪਾਂ ਕਹਿ ਦਈਏ ਵੀ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਉਹਨਾਂ ਨਾਲ ਹਮੇਸ਼ਾ ਹੀ ਧੱਕੇਸ਼ਾਹੀ ਹੁੰਦੀ ਰਹੀ ਹੈ ਜੀ। ਇੰਡੀਆ ਦੇ ਵਿੱਚ ਤਾਂ ਆਮ ਜੀ ਗੱਲ ਹੋ ਗਈ, ਕਿਉਂਕਿ ਸਰਕਾਰ ਤੋਂ ਸਾਰੇ ਹੀ ਖਫਾ ਨੇ। ਔਰ ਇਸ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਤਾਂ ਉਹ ਇੰਨੇ ਕਿ ਸਰਕਾਰ ਮਤਲਬ ਉਹਨਾਂ ਦੇ ਉਲਟ ਹੋਈ ਆ ਵੀ ਕਿਵੇਂ ਨਾ ਕਿਵੇਂ ਉਹਨੂੰ ਤੋੜਨਾ ਚਾਹੁੰਦੀ ਆ। ਤੇ ਜਿਹੜੀ ਘਟਨਾ ਹੋਈ ਆ, ਇਹਨੂੰ ਤੁਸੀਂ ਮਤਲਬ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਵੀ ਉਹ ਨਜਾਇਜ਼ ਕੀਤੀ ਗਈ ਆ, ਪਰ ਉਹਨੂੰ ਕਿਉਂ ਕੀਤੀ ਗਈ? ਮਤਲਬ ਇਸ ਤੁਸੀਂ ਕੁਝ ਇਹਦੇ ਬਾਰੇ ਕੁਝ ਕਹਿ ਸਕਦੇ ਹੋ ਵੀ ਤੁਹਾਡੇ ਦਿਮਾਗ ਦੇ ਵਿੱਚ ਇਹਦੇ 'ਚ ਕੀ ਗੱਲ ਹੁੰਦੀ ਆ ਵੀ ਇਸ ਘਟਨਾਕ੍ਰਮ ਨੂੰ ਕਿਉਂ ਕੀਤਾ ਗਿਆ? ਵੀ ਕਿਤੇ ਕਮਜ਼ੋਰ ਪੈ ਜਾਣਗੇ ਜਾਂ ਯੂਪੀ ਦੇ ਵਿੱਚ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਨਾਂ ਨੂੰ ਕੁਝ ਘਟਾਉਣ ਵਧਾਉਣ ਲਈ, ਕਿ ਕੋਈ ਹੋਰ ਪ੍ਰੋਪੋਗੰਡਾ ਜੀ? ਇਹ ਜੀ ਅਸਲ ਦੇ ਵਿੱਚ ਨਫ਼ਰਤ ਆ। ਸਾਰੀਆਂ ਗੱਲਾਂ ਤੋਂ ਉੱਪਰ ਨਫ਼ਰਤ ਹੀ ਉਹ ਇੰਨੀ ਕਰਦੇ ਨੇ। ਉਹਨਾਂ ਨੇ ਹਿੰਦੂਵਾਦ ਦਾ ਏਜੰਡਾ, ਜਦੋਂ ਤੋਂ ਬੀਜੇਪੀ ਆਈ ਆ, ਉਹ ਹਿੰਦੂਵਾਦ ਦਾ ਏਜੰਡਾ ਪ੍ਰਮੋਟ ਕਰਨਾ ਚਾਹੁੰਦੇ ਨੇ। ਪਰ ਬਦਕਿਸਮਤੀ ਉਸ ਮੁਲਕ ਦੀ ਇਹ ਆ ਵੀ ਉੱਥੇ ਕਹਿੰਦੇ ਤਾਂ ਹੈਗੇ ਆ ਡੈਮੋਕ੍ਰੇਸੀ, ਪਰ ਡੈਮੋਕ੍ਰੇਸੀ ਵਾਲੀ ਗੱਲ ਕੋਈ ਨਹੀਂ। ਕਿਉਂਕਿ ਇੱਕ ਜਦੋਂ ਵੀਡੀਓਜ਼ ਆ ਗਈਆਂ, ਜੇ ਦੇਖੋ ਇਹ ਵੀਡੀਓਜ਼ ਨਾ ਆਉਂਦੀਆਂ ਫਿਰ ਸਟੋਰੀ ਬਦਲ ਦਿੱਤੀ ਜਾਣੀ ਸੀ। ਪਹਿਲੇ ਸਮਿਆਂ ਦੇ ਵਿੱਚ ਬਦਲ ਦਿੱਤੀ ਜਾਂਦੀ ਰਹੀ ਆ। ਹੁਣ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਜਾਂ ਸਾਇੰਸ ਦੀ ਮਿਹਰਬਾਨੀ ਨਾਲ ਆਪਣੇ ਕੋਲ ਕੈਮਰੇ ਨੇ, ਉਹ ਰਿਕਾਰਡ ਹੋ ਜਾਂਦਾ। ਪਰ ਕੱਲ ਉਹਦਾ ਜਿਹੜਾ ਮਿਨਿਸਟਰ ਦਾ ਬੇਟਾ ਸੀ ਉਹ ਪੇਸ਼ ਹੋ ਗਿਆ ਪ੍ਰੈਸ਼ਰ ਬਣਨ ਤੋਂ ਬਾਅਦ। ਪਰ ਇਹ ਨਫ਼ਰਤ ਦੇ ਵਿੱਚੋਂ ਨਿਕਲਿਆ ਹੋਇਆ ਸਾਰਾ ਕੁਝ। ਨਫ਼ਰਤ ਤੋਂ ਬਾਅਦ ਚੀਜ਼ਾਂ ਫਿਰ ਸਟਾਰਟ ਹੁੰਦੀਆਂ ਨੇ। ਜੇ ਬਾਈ ਜੀ ਹੁਣਾਂ ਨਾਲ ਗੱਲ ਕਰੀਏ, ਬਾਈ ਜੀ ਜੇ ਤੁਸੀਂ ਦੇਖਿਆ ਜਾਵੇ ਵੀ ਆਪਾਂ ਇੱਥੇ ਇਸ ਮੁਲਕ 'ਚ ਰਹਿੰਦੇ ਹਾਂ, ਇੱਥੇ ਸਾਰੇ ਇੱਕ ਭਾਈਚਾਰਾ ਇੱਕੋ ਜਿਹਾ ਵਾ, ਚਾਹੇ ਇੱਥੇ ਹਿੰਦੂ ਸਿੱਖ ਮੁਸਲਮਾਨ ਕੋਈ ਇੱਥੇ ਫਰਕ ਨਹੀਂ ਜੀ ਹੈਗਾ। ਇੱਥੇ ਵੀ ਤਾਂ ਆਪਾਂ ਮਿਲ ਜੁਲ ਕੇ ਰਹਿੰਦੇ, ਪਰ ਪਿੱਛੇ ਇਹ ਜੀ ਕੀ ਗੱਲ ਆ ਵੀ ਜਿਹੜੀ ਆਪਾਂ ਮਿਲ ਕੇ ਨਹੀਂ ਰਹਿ ਸਕਦੇ, ਕਿ ਸਰਕਾਰਾਂ ਹੀ ਇਹੋ ਜਿਹੇ ਮਤਲਬ ਮਤਭੇਦ ਪੈਦਾ ਕਰ ਰਹੀਆਂ ਵੀ ਸਾਨੂੰ ਮਿਲ ਕੇ ਰਹਿਣ ਨਹੀਂ ਦਿੰਦੀਆਂ? ਜੀ ਬਿਲਕੁਲ, ਜਿਹੜਾ ਉੱਥੇ ਫਿਰਕੂਪੁਣਾ ਹੈ, ਜਿਹੜਾ ਲੋਕਾਂ ਨੂੰ ਡਿਵਾਈਡ ਕਰਨ ਦੀ ਜਿਹੜੀ ਰਾਜਨੀਤੀ ਹੈ, ਇਹ ਉਹ ਸਰਕਾਰਾਂ ਅਪਣਾਉਂਦੀਆਂ ਨੇ। ਅੱਜ ਤਾਂ ਪੰਜਾਬ ਤਾਂ ਅੱਜ ਵੀ ਚਾਹੇ ਚੜ੍ਹਦਾ ਹੈ ਚਾਹੇ ਲਹਿੰਦਾ ਹੈ। ਜਦ ਵੀ ਅੱਜ ਅਸੀਂ ਲਹਿੰਦੇ ਪੰਜਾਬ ਤੋਂ ਵੀ ਕਿਸੇ ਨੂੰ ਮਿਲਦੇ ਹਾਂ ਤਾਂ ਅਸੀਂ ਉਹ ਲੱਗੀਆਂ ਹੋਈਆਂ ਤਾਰਾਂ ਨੂੰ ਭੁੱਲ ਜਾਂਦੇ ਆ। ਮੈਂ ਖੁਦ ਇੱਕ ਬਾਰਡਰ ਏਰੀਆ ਨੂੰ ਬਿਲੋਂਗ ਕਰਦਾ। ਸੋ ਲੋਕ ਇਕੱਠੇ ਨੇ, ਲੋਕ ਭਾਈਚਾਰਕ ਸਾਂਝ ਨਾਲ ਰਹਿਣਾ ਚਾਹੁੰਦੇ ਨੇ। ਪਰ ਕੁਝ ਸਰਕਾਰਾਂ 'ਚ ਐਸੇ ਬੰਦੇ ਨੇ ਜਿਹੜੇ ਉਹ ਜੇ ਲੋਕ ਇਕੱਠੇ ਹੋ ਗਏ ਤਾਂ ਉਹ ਰਾਜ ਕਿਸ ਤਰ੍ਹਾਂ ਕਰਨਗੇ? ਉਹ ਲੋਕਾਂ ਨੂੰ ਤੋੜ ਕੇ ਡਿਵਾਈਡ ਕਰਕੇ ਗੰਦੀ ਰਾਜਨੀਤੀ ਖੇਡ ਰਹੇ ਨੇ। ਪਰ ਜੇ ਆਪਾਂ ਜਿਵੇਂ ਹੁਣ ਪਿੱਛੇ ਜੇ ਪੰਜਾਬ ਦੀ ਸਰਕਾਰ ਬਦਲੀ ਆ ਥੋੜੀ ਬਹੁਤੀ, ਜਿਵੇਂ ਲੱਗ ਰਿਹਾ ਵੀ ਕੁਝ ਸ਼ਾਇਦ ਕੁਝ ਠੀਕ ਹੋਵੇਗਾ, ਕਿਉਂਕਿ ਨਵੇਂ ਸੀਐਮ ਨੇ ਜਿਹੜੇ ਉਹ ਕਹਿੰਦੇ ਨੇ ਵੀ ਦੇਖੋ ਜੀ ਮੈਂ ਕੋਸ਼ਿਸ਼ ਕਰੂੰਗਾ ਸਾਰਾ ਕੁਝ ਠੀਕ ਕਰਨ ਦੀ। ਤੁਹਾਨੂੰ ਇਹਦੇ 'ਚ ਕਿਵੇਂ ਲੱਗ ਰਿਹਾ? ਜਿਵੇਂ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਵੀ ਕਿਹਾ ਵੀ ਮੈਂ ਸੈਂਟਰ ਨੂੰ ਇਹ ਗੱਲ ਕਹੀ, ਉਹ ਤਾਂ ਪਹਿਲਾਂ ਵੀ ਕਹਿੰਦੇ ਜਾ ਰਹੇ ਆ, ਪਰ ਕੋਈ ਆਪਣੇ ਕੰਨੀਆਂ ਕੋਈ ਮਤਾ ਪਾ ਕੇ ਉਹ ਪਾਸ ਕਰਨਗੇ। ਤੁਹਾਨੂੰ ਇਹ ਕਿੱਦਾਂ ਦਾ ਲੱਗ ਰਿਹਾ ਉੱਥੇ? ਦੇਖੋ ਜੀ, ਮੈਂ ਤਾਂ ਇਹ ਗੱਲ ਕਹਾਂਗਾ ਕਿ ਪੰਜਾਬ ਇੱਕ ਫੁੱਲ ਸਟੇਟ ਹੈ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤੇ ਪਾ ਕੇ ਸੈਂਟਰ ਦੇ ਉਹ ਬਿੱਲ ਰੱਦ ਪ੍ਰੋਪਰ ਤਰੀਕੇ ਨਾਲ ਕਰ ਦੇਣੇ ਚਾਹੀਦੇ ਨੇ ਕਿ ਪੰਜਾਬ 'ਚ ਇਹ ਬਿੱਲ ਲਾਗੂ ਨਹੀਂ ਹੋਣਗੇ। ਜਾਂ ਅਸੀਂ ਪਹਿਲਾਂ ਪਾਣੀਆਂ ਦਾ ਮਸਲਾ, ਪਾਣੀਆਂ ਦੇ ਬਿੱਲ ਰੱਦ ਕਰ ਸਕਦੇ ਹਾਂ। ਹੁਣ ਇਹ ਐਂਟੀ ਫਾਰਮਰਸ ਬਿੱਲ, ਇਹਨਾਂ ਨੂੰ ਬਿਲਕੁਲ ਜਲਦੀ ਰੱਦ ਕਰਨੇ ਚਾਹੀਦੇ ਨੇ। ਕੈਪਟਨ ਸਾਹਿਬ ਮਿਲੀ ਭੁਗਤ ਖੇਡਦੇ ਸਨ ਬੀਜੇਪੀ ਦੇ ਨਾਲ ਤੇ ਹੋਰ ਪਾਰਟੀਆਂ ਦੇ ਨਾਲ। ਹੁਣ ਚੰਨੀ ਸਾਹਿਬ ਥੋੜ੍ਹੇ ਸਿੰਪਲ ਤੇ ਜ਼ਮੀਨ ਤੋਂ ਉੱਠੇ ਹੋਏ ਬੰਦੇ ਨੇ, ਪਰ ਉਹਨਾਂ ਨੂੰ ਕਰਕੇ ਦਿਖਾਉਣਾ ਪਏਗਾ। ਇਹ ਨਹੀਂ ਕਿ ਤੁਸੀਂ ਸੜਕ ਤੇ ਖਲੋ ਕੇ ਮਿਲ ਲਵੋ, ਦੁਕਾਨ ਤੇ ਬਹਿ ਕੇ ਚਾਹ ਪੀ ਲਓ। ਜੇ ਪ੍ਰੈਕਟੀਕਲ ਕਾਰਵਾਈ ਨਾ ਹੋਈ ਤਾਂ ਲੋਕਾਂ ਦਾ ਵਿਸ਼ਵਾਸ ਆਮ ਬੰਦੇ ਤੋਂ ਵੀ ਉੱਠ ਜਾਏਗਾ। ਚੰਨੀ ਸਾਹਿਬ ਦੇ ਮੋਢਿਆਂ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਿਵੇਂ ਕਾਇਮ ਰੱਖਣਾ ਹੈ ਕਿ ਗਰੀਬ ਘਰ 'ਚ ਉੱਠਿਆ ਹੋਇਆ ਬੰਦਾ ਵੀ ਇਨਸਾਫ ਦੇ ਸਕਦਾ ਜੇ ਉਹਨੂੰ ਕੁਰਸੀ ਮਿਲਦੀ ਹੈ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਕੰਮ ਕਰਨੇ ਬਹੁਤ ਔਖੇ ਨੇ। ਪਰ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ, ਜਿਵੇਂ ਪਹਿਲਾਂ ਵੀ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਜੀ ਇਹ ਬਾਰਡਰ ਤੇ ਕਿਸਾਨ ਹੀ ਨੇ, ਹਰਿਆਣੇ ਦੇ ਸੀਐਮ ਕਹਿ ਦਿੰਦੇ ਨੇ, ਔਰ ਉਹਨਾਂ ਦਾ ਪਹਿਲਾਂ ਬਿਆਨ ਆਉਂਦਾ ਵੀ ਤੁਸੀਂ ਜੀ ਡਾਂਗਾ ਚੱਕ ਲਓ, ਫਿਰ ਉਹਦੇ ਬਾਅਦ 'ਚੋਂ ਇਹ ਘਟਨਾ ਹੁੰਦੀ ਹੈ ਜੀ। ਤੇ ਇਸ ਘਟਨਾ ਨੂੰ ਵੀ ਇਹੀ ਕਿਹਾ ਜਾ ਰਿਹਾ ਵੀ ਤਾਂ ਕਿਸਾਨ ਹੀ ਹੈ ਨਹੀਂ ਸੀ ਜੀ, ਉਹਦੇ ਵਿੱਚ ਕੁਝ ਇਹੋ ਜਿਹੇ ਜੀਵ ਸੀਗੇ ਜਿਹੜੇ ਲੜਾਈ ਕਰਨਾ ਚਾਹੁੰਦੇ ਸੀ, ਉਕਸਾਉਣਾ ਚਾਹੁੰਦੇ ਸੀ। ਪਰ ਜਦੋਂ ਬਾਅਦ ਦੇ ਵਿੱਚ ਜਿਵੇਂ ਤੁਹਾਡੇ ਕਹਿਣ ਮੁਤਾਬਕ ਜਾਂ ਆਪਾਂ ਦੇਖਿਆ ਸਾਰਿਆਂ ਨੇ ਵੀਡੀਓ ਸਾਹਮਣੇ ਆ ਗਈਆਂ ਤਾਂ ਸ਼ਾਇਦ ਸੱਚਾਈ ਬਾਹਰ ਆ ਗਈ, ਨਹੀਂ ਤਾਂ ਸ਼ਾਇਦ ਇਹ ਗੱਲ ਦਬ ਕੇ ਰਹਿ ਜਾਂਦੀ, ਕਿਉਂਕਿ ਸੈਂਟਰ ਦਾ ਮਾਮਲਾ ਸੀ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਵੀ ਕੀ ਉਹ ਵਾਕਈ ਕਿਸਾਨ ਨਹੀਂ ਹੈਗੇ ਔਰ ਹਰ ਵਾਰੀ ਇਸੇ ਤਰ੍ਹਾਂ ਹੀ ਕਹਿ ਕੇ ਟਾਲਿਆ ਜਾਂਦਾ?
ਦੇਖੋ ਜੀ, ਇਹ ਜਿਹੜੀਆਂ ਕਹਾਣੀਆਂ ਨੂੰ ਟਵਿਸਟ ਦੇਣਾ, ਇਹ ਤਾਂ ਅਸੀਂ ਪਿਛਲੇ ਸਮੇਂ 'ਚ ਵੀ ਦੇਖਿਆ ਹੈਗਾ ਕਿ 47 ਤੋਂ ਬਾਅਦ ਸਿੱਖ ਕੌਮ ਨੂੰ ਜਰੈਮ ਪੇਸ਼ਾ ਕੌਮ ਕਿਹਾ ਗਿਆ। ਸਾਡੇ ਕੋਲੇ ਉਹਦੇ ਸਾਧਨ ਹੈ ਨਹੀਂ ਸੀ, ਅਸੀਂ ਉਸ ਗੱਲ ਨੂੰ ਪ੍ਰੂਵ ਨਹੀਂ ਕਰ ਸਕੇ। ਪਰ ਆਈਐਸ ਕਪੂਰ ਸਿੰਘ, ਡੀਸੀ ਕਪੂਰ ਸਿੰਘ ਨੇ ਗੱਲ ਅੰਮ੍ਰਿਤਸਰ ਦੇ ਗੱਲ ਕਹੀ ਕਿ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਕਿਹਾ ਜਾ ਰਿਹਾ। ਕੀ ਸਿੱਖ ਜਰੈਮ ਪੇਸ਼ਾ ਨੇ? ਸੋ ਉਦੋਂ ਦੀਆਂ ਕਹਾਣੀਆਂ ਨੂੰ ਅਸੀਂ ਹੁਣ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਇਹ ਇੱਕ ਕਹਾਣੀ ਨੂੰ ਟਵਿਸਟ ਦੇਣ ਦਾ ਸਰਕਾਰਾਂ ਦੇ ਹਮੇਸ਼ਾ ਹੱਥ ਕੰਡੇ ਵਿੱਚ ਲੀਡਰ ਖੇਡਦੇ ਨੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਆਮ ਆਵਾਮ ਉੱਠ ਪਿਆ, ਇਹ ਕੁਰਸੀਆਂ ਉਹ ਇਹਨਾਂ ਕੋਲੋਂ ਖੋਹ ਲੈਣਗੇ। ਬੀਜੇਪੀ ਸਰਕਾਰ ਇਸ ਟਾਈਮ ਅੰਦਰੋਂ ਡਰ ਚੁੱਕੀ ਹੈ। ਕਦੀ ਸੜਕਾਂ ਤੇ ਕੰਧਾਂ ਕੱਢਦੀ ਹੈ, ਕਦੀ ਸੋਏ ਕੱਢਦੀ ਹੈ, ਕਦੀ ਪਬਲਿਕ ਪ੍ਰਾਪਰਟੀ, ਤੁਸੀਂ ਮੈਂ ਕੋਈ ਬੰਦਾ ਜਾਵੇ ਇੱਕ ਸਰਕਾਰੀ ਬੱਸ ਦੇ ਮਿੱਟੀ ਦੇ ਤੇਲ ਦੀ ਬੂੰਦ ਨਹੀਂ ਸੁੱਟ ਸਕਦਾ। ਉੱਥੋਂ ਦੇ ਐਸਡੀਐਮ ਨੇ ਕਿੱਦਾਂ 20 40 ਫੁੱਟ ਦੀਆਂ ਸੜਕਾਂ ਪੁੱਟ ਦਿੱਤੀਆਂ। ਉਹ ਕੇਸ ਕਦੋਂ ਹੋਣਗੇ? ਸੋ ਬਾਹਰਲਾ ਸਿੱਖ, ਬਾਹਰਲਾ ਭਾਈਚਾਰਾ, ਬਾਹਰਲਾ ਪੰਜਾਬੀ, ਬਾਹਰ ਦਾ ਜੋ ਚਿੰਤਕ ਇਨਸਾਨ ਹੈ, ਚਾਹੁੰਦਾ ਹੈ ਕਿ ਉਹ ਸਾਊਥ ਏਸ਼ੀਆ ਗਰੋ ਕਰੇ। ਉਹ ਦੇਖ ਰਿਹਾ, ਸੋਚ ਰਿਹਾ ਕਿ ਕੀ ਕਿਤੇ ਹਿੰਦੁਸਤਾਨ ਜਾਂ ਭਾਰਤ, ਇੰਡੀਆ ਦੇ ਲੋਕਾਂ ਨੇ ਬੀਜੇਪੀ ਦੀ ਸਰਕਾਰ ਲੈ ਕੇ ਕਿਤੇ ਗਲਤੀ ਤੇ ਨਹੀਂ ਕਰ ਲਈ? ਇਹ ਤਾਂ ਅਸੀਂ ਕਦੀ ਸਿਆਸਤ ਦੇਖੀ ਨਹੀਂ ਸੀ, ਕਦੀ ਧਰਮ ਦੀ ਸਿਆਸਤ ਨਹੀਂ ਸੀ ਦੇਖੀ, ਕਦੀ ਇਹ ਚੀਜ਼ ਨਹੀਂ ਸੀ ਦੇਖੀ। ਕਿਉਂਕਿ ਅੱਜ ਜੇ ਤੁਹਾਡੀ ਗੱਲ ਦੇ ਵਿੱਚੋਂ ਗੱਲ ਕੱਢੀ ਜਾਵੇ ਵੀ ਅੱਜ ਜਿਹੜਾ ਡਰ ਦਾ ਮਾਹੌਲ ਬਣਾਇਆ ਜਾ ਰਿਹਾ, ਉਹਦੇ ਨਾਲ ਕੁਝ ਜੇ ਆਪਾਂ NRIs ਦੀ ਗੱਲ ਕਰੀਏ, ਆਪਾਂ ਬਾਹਰਲੇ ਮੁਲਕ 'ਚ ਵਸਦੇ ਹਾਂ, ਆਪਾਂ ਨੂੰ ਹਮੇਸ਼ਾ ਹੀ ਪਿੱਛੇ ਦੀ ਚਿੰਤਾ ਰਹਿੰਦੀ ਹੈ ਵੀ ਕੁਝ ਸਾਨੂੰ ਭੇਜੀਏ। ਅਸੀਂ ਹਮੇਸ਼ਾ ਹੀ ਦੁੱਖ ਸੁੱਖ ਸਵੇਰੇ ਸ਼ਾਮ ਪੁੱਛਦੇ ਰਹਿੰਦੇ ਹਾਂ ਉੱਥੇ ਵੀ ਕੀ ਹੋਇਆ ਜੀ, ਕੀ ਘਟਨਾ ਤਾਂ ਨਹੀਂ ਹੋਈ। ਪਰ ਅੱਜ ਦੇ ਟਾਈਮ 'ਚ ਹਰ ਕੋਈ ਡਰ ਕੇ ਉੱਥੋਂ ਆਪਣੀਆਂ ਜ਼ਮੀਨਾਂ ਵੀ ਵੇਚੀ ਜਾ ਰਿਹਾ, ਔਰ ਬੱਚੇ ਵੱਧ ਤੋਂ ਵੱਧ ਇੱਧਰ ਆਪਣੇ ਭੇਜ ਰਿਹਾ, ਇਸੇ ਚੱਕਰ ਵੀ ਚੰਗਾ ਇੱਕ ਉਹਨਾਂ ਨੂੰ ਭਵਿੱਖ ਮਿਲੇ, ਚੰਗੀ ਇੱਕ ਕੰਟਰੀ ਮਿਲੇ। ਤੇ ਕੀ ਇਹ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਰੁਕੇਗਾ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਵੀ ਜੇ ਸਾਰੇ ਇੱਥੇ ਆ ਗਏ ਤਾਂ ਪਿੱਛੇ ਕੌਣ ਸਾਂਭੇਗਾ? On this issue, I would like to say I personally feel that the governments are not much serious for the development of the next generation. This agitation, we are pretty much sure this will change the entire politics of the South Asia. ਇੱਕ ਵੱਡੀ ਮੂਵਮੈਂਟ ਬਣ ਕੇ ਉੱਭਰ ਰਹੀ ਹੈ। ਇਹ ਦੇਖਣਾ ਪਵੇਗਾ ਸਮੇਂ ਦੀਆਂ ਸਰਕਾਰਾਂ ਨੂੰ ਕਿ ਕਿਤੇ ਲੋਕਾਂ ਦਾ ਸਾਡੇ ਕੰਟਰੀ ਵਿੱਚ ਵਿਸ਼ਵਾਸ ਤਾਂ ਨਹੀਂ ਉੱਠ ਰਿਹਾ। ਜੇ ਅਸੀਂ 2000 ਤੱਕ ਸਾਲ ਤੱਕ ਉੱਥੋਂ ਕਮਾ ਕੇ ਉੱਥੇ ਲਾਉਂਦੇ ਰਹੇ ਹਾਂ, ਅੱਜ ਅਸੀਂ ਕੋਠੀਆਂ ਬਣਾਈਆਂ, ਜ਼ਮੀਨਾਂ ਖਰੀਦੀਆਂ, NRI ਸੰਮੇਲਨਾਂ ਦੇ ਵਿੱਚ ਅਸੀਂ ਕਰੋੜਾਂ ਰੁਪਈਆ ਪੰਜਾਬ 'ਚ ਇਨਵੈਸਟ ਕੀਤਾ ਹੈ, ਪਿੰਡਾਂ 'ਚ ਫਿਲਟਰ ਲਾਏ, ਕੈਂਸਰ ਦਾ ਇਲਾਜ ਮਾਲ ਵਿੱਚ ਬਾਹਰਲਿਆਂ ਨੇ ਕਰਾਇਆ, ਸਕੂਲ ਬਾਹਰਲਿਆਂ ਨੇ ਬਣਾਏ, ਸਟੇਡੀਅਮ ਬਾਹਰਲਿਆਂ ਨੇ ਬਣਾਏ। ਕਿਹੜਾ ਕੰਮ ਬਾਹਰਲਿਆਂ ਨੇ ਨਹੀਂ ਕੀਤਾ? ਬਾਹਰਲਿਆਂ ਨੇ ਹਰ ਕੰਮ ਉੱਥੇ ਕੀਤਾ। ਸੋ ਅੱਜ ਦੀ ਤਰੀਕ 'ਚ ਜੇ ਬਾਹਰਲੇ ਗੱਲ ਸੋਚ ਰਹੇ ਨੇ ਕਿ ਨਹੀਂ ਯਾਰ ਛੱਡੋ ਪਰਾਂ, ਹਰ ਬੰਦਾ ਕਹਿੰਦਾ ਯਾਰ ਮੇਰੀ ਜ਼ਮੀਨ ਦਾ ਜੇ ਰੇਟ 35 ਲੱਖ ਸੀ, ਅੱਜ 15 ਲੱਖ ਨਹੀਂ ਮਿਲਣ ਡਿਆ। ਕੀ ਉਹ ਡੀਮੋਨੀਟਾਈਜੇਸ਼ਨ ਨੇ ਬੇੜਾ ਗਰਕ ਤਾਂ ਨਹੀਂ ਕੀਤਾ? ਕਿੱਥੇ ਕਿਹੜੀਆਂ ਸਰਕਾਰਾਂ ਸੀ ਜਦੋਂ ਇੰਡੀਆ ਦੀ ਇਕਨੋਮੀ ਉੱਪਰ ਗਈ, ਤੇ ਅੱਜ ਕਿਹੜੀਆਂ ਸਰਕਾਰਾਂ ਨੇ ਕਿ ਉਹ ਕਿੱਲੇ 15-15 ਲੱਖ ਦੇ ਰਹਿ ਗਏ ਨੇ? ਜ਼ਮੀਨਾਂ ਸਾਡੀਆਂ ਰੁਲ ਰਹੀਆਂ, ਨੌਜਵਾਨ ਪੀੜ੍ਹੀ ਸਾਡੀ ਰੁਲ ਰਹੀ ਆ। ਅੱਜ ਦੀ ਤਰੀਕ 'ਚ 8ਵੀਂ 'ਚ ਪੜ੍ਹਦੇ ਬੱਚੇ ਨੂੰ ਪੁੱਛ ਲਓ ਪੁੱਤ 12ਵੀਂ ਤੋਂ ਬਾਅਦ ਕੀ ਕਰਨਾ, ਉਹ ਕਹਿੰਦਾ ਆਈਲੈਟਸ ਕਰਨੀ ਹੈ। ਕੀ ਇਹ ਸਾਡਾ ਫਿਊਚਰ ਸੀ? ਉੱਥੋਂ ਦੀਆਂ ਸਰਕਾਰਾਂ ਕਹਿ ਦੇ ਕਿ ਅਸੀਂ ਪੈਸੇ ਦੇਵਾਂਗੇ, ਆਈਲੈਟਸ ਕਰੋ। ਇਹ ਕੋਈ ਅਕਲ ਹੈ? ਇੰਜੀਨੀਅਰਿੰਗ ਕਾਲਜ ਖਾਲੀ ਪਏ ਨੇ, ਮੈਡੀਕਲ ਕਾਲਜ ਖਾਲੀ ਪਏ ਨੇ, ਕਿੱਥੇ ਗਏ IAS PCS ਅਫਸਰ? ਅਸੀਂ ਯੂਨੀਵਰਸਿਟੀਆਂ ਦੇ ਡੀਨ ਰਹੇ ਹਾਂ, ਅਸੀਂ DC ਰਹੇ ਹਾਂ, SSP ਰਹੇ ਹਾਂ, ਕਿੱਥੇ ਗਿਆ ਸਾਰਾ ਸਿਸਟਮ? ਉਹ ਕਿਉਂ ਸਾਰੀਆਂ ਜੌਬਾਂ ਬਿਹਾਰ, UP, ਸਾਊਥ 'ਚ ਨਹੀਂ ਜਾ ਰਹੀਆਂ? ਬਾਹਰ ਆਉਣ ਦੇ ਲਈ ਕਿਉਂ ਬੱਚਿਆਂ ਨੂੰ ਉਸ ਤਰ੍ਹਾਂ ਦੀ ਸਫੋਕੇਸ਼ਨ ਮਹਿਸੂਸ ਹੋ ਰਹੀ ਹੈ? ਇੱਕ ਵੱਡਾ ਫੇਲੀਅਰ ਹੋਇਆ ਕੋਵਿਡ ਦੇ ਵਿੱਚ, ਤੁਸੀਂ ਦੇਖ ਲਵੋ, ਹੈ ਨਾ। ਹੁਣੇ ਨਰਿੰਦਰ ਮੋਦੀ ਹੁਣਾਂ ਦੀ US ਫੇਰੀ ਹੋਈ ਹੈ। ਸੋ US ਡੈਮੋਕ੍ਰੇਸੀ ਨੇ ਗੱਲ ਕਹੀ ਹੈ ਕਿ ਤੁਸੀਂ ਆਪਣੀ ਕੰਟਰੀ ਡੈਮੋਕ੍ਰੇਸੀ ਦਾ ਖਿਆਲ ਰੱਖੋ। ਕਿੱਧਰ ਨੂੰ ਅਸੀਂ ਜਾ ਰਹੇ ਹਾਂ? ਅਸੀਂ ਕੀ ਐਗਜ਼ਾਮਪਲ ਸੈੱਟ ਕਰ ਰਹੇ ਹਾਂ? ਸੋ ਇੱਕ ਬਹੁਤ ਚਿੰਤਾ ਦਾ ਵਿਸ਼ਾ ਜੇ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਸਾਂਭ ਕੇ ਰੱਖਣਾ। ਸਰਕਾਰਾਂ ਨੂੰ ਸਿੰਸੈਰਿਟੀ ਦੇ ਨਾਲ ਐਸੀਆਂ ਪਾਲਿਸੀਆਂ ਲੈ ਕੇ ਆਉਣੀਆਂ ਪੈਣਗੀਆਂ ਤਾਂ ਕਿ ਬਾਹਰਲੇ ਆਪਣੇ ਬੱਚੇ ਉੱਥੇ ਪੜ੍ਹਾਉਣ ਤੇ ਉੱਥੋਂ ਦਾ ਇੰਟਰਸਟ ਉੱਥੇ ਇਨਵੈਸਟ ਕਰਨ, ਤਾਂ ਕਿ ਸਾਰਾ ਭਾਈਚਾਰਕ ਸਾਂਝ ਵਾਪਸ ਆ ਸਕੇ ਪੰਜਾਬ ਦੀ। ਸੋ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਾਰਮਰ ਸਪੋਰਟ ਗਰੁੱਪ ਵੱਲੋਂ ਜੀ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੇਰਾ ਨਾਮ ਜਗੀਰ ਸਿੰਘ ਕਾਲੋਂ ਆ ਜੀ। ਮੈਂ ਫਾਰਮਰਜ਼ ਸਪੋਰਟ ਗਰੁੱਪ ਨੂੰ ਰਿਪਰੈਜ਼ੈਂਟ ਕਰਦਾ ਹਾਂ। ਫਾਰਮਰ ਸਪੋਰਟ ਗਰੁੱਪ ਜਦੋਂ ਤੋਂ 26 ਨਵੰਬਰ ਤੋਂ ਦਿੱਲੀ ਜਾ ਕੇ ਕਿਸਾਨ ਮੋਰਚਾ ਲੱਗਾ, ਉਦੋਂ ਤੋਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਗਰੁੱਪ ਬਣਾ ਕੇ ਤੇ ਅਸੀਂ ਉਹਨਾਂ ਫਾਰਮਰਜ਼ ਦੀ ਸਪੋਰਟ ਕਰਦੇ ਰਹੇ ਹਾਂ। ਔਰ 27 ਸਤੰਬਰ ਨੂੰ ਜਿਹੜਾ ਹੁਣ ਲੰਘਿਆ ਹੈਗਾ, ਉਦੋਂ ਭਾਰਤ ਬੰਦ ਸੀਗਾ। ਅਸੀਂ ਇੱਥੇ ਵੀ ਇੱਕ ਰੈਲੀ ਜਿਹੜੀ ਹੈਗੀ ਆ, ਉਹ ਜਿਹੜਾ ਹਾਈਵੇ 10 ਔਰ ਸਟੀਲਸ ਦਾ ਇੰਟਰਸੈਕਸ਼ਨ ਹੈਗਾ, ਉੱਥੇ ਅਸੀਂ ਰੈਲੀ ਕੀਤੀ ਸੀਗੀ। ਉਹਦੇ ਵਿੱਚ ਇਹ ਦੋਸਤ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਆ, ਉਹ ਵੀ ਸ਼ਾਮਲ ਹੋਏ ਸੀਗੇ। ਸੋ ਇਸ ਤਰੀਕੇ ਨਾਲ ਜਿਹੜੀ ਇੱਕ ਯੂਨਾਈਟਿਡ ਮੂਵਮੈਂਟ ਹੈਗੀ ਆ, ਉਹ ਬਾਹਰਲੇ ਮੁਲਕਾਂ ਤੋਂ ਵੀ ਚੱਲ ਰਹੀ ਆ। ਔਰ ਜਿਹੜੀ ਇਹ ਲਖੀਮਪੁਰ ਖੀਰੀ ਵਾਲੀ ਘਟਨਾ ਹੋਈ ਆ, ਇਹ ਬਹੁਤ ਹੀ ਜ਼ੁਲਮ ਵਾਲੀ ਔਰ ਮੰਦਭਾਗੀ ਹੈਗੀ ਆ। 1922 ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀਗਾ, ਜਿੱਥੇ ਇੱਕ ਰੇਲ ਗੱਡੀ ਜਿਹੜੀ ਹੈਗੀ ਆ ਅੰਗਰੇਜ਼ ਹਕੂਮਤ ਦੀ,
ਉਹਨੇ ਸੜਕ ਦੇ ਉੱਤੇ ਲਾਈਨ ਦੇ ਉੱਤੇ ਜਿਹੜੇ ਬੈਠੇ ਹੋਏ ਸੀਗੇ ਮੁਜ਼ਾਹਰਾ ਕਰ ਰਹੇ, ਜਿਹੜੇ ਸ਼ਾਂਤਮਈ ਅੰਦੋਲਨ ਕਰ ਰਹੇ ਸੀਗੇ ਸਿੱਖ, ਉਹਨਾਂ ਨੂੰ ਕੁਚਲਿਆ ਸੀਗਾ 1922 'ਚ। 1922 ਤੋਂ ਬਾਅਦ ਅੱਜ ਤੱਕ ਵੀ ਉਹਨਾਂ ਦਾ ਨਾਂ ਜਿਹੜਾ ਹੈਗਾ ਉਹ ਬੜੇ ਮਾਣ ਨਾਲ ਲਿਆ ਜਾਂਦਾ, ਜਦੋਂ ਕਿ ਅੰਗਰੇਜ਼ ਹਕੂਮਤ ਜਿਹੜੀ ਆ ਉਹ ਕਦੋਂ ਦੀ ਜਾ ਚੁੱਕੀ ਆ। ਔਰ ਇਹ ਪਹਿਲੀ ਵਾਰੀ ਆ ਭਾਰਤ ਦੇ ਵਿੱਚ ਕਿ ਸ਼ਾਂਤਮਈ ਕਿਸਾਨ ਜਿਹੜੇ ਆ ਉਹ ਆਪਣੀ ਗੱਲ ਕਰਕੇ ਵਾਪਸ ਜਾ ਰਹੇ ਆ ਔਰ ਉਹਨਾਂ ਨੂੰ ਗੱਡੀਆਂ ਥੱਲੇ ਦੇ ਕੇ ਰਗੜਿਆ ਜਾ ਰਿਹਾ। ਔਰ ਸਿਤਮ ਜ਼ਰੀਫੀ ਇਹ ਹੈਗੀ ਆ ਕਿ ਜਿਹੜਾ ਗੱਡੀਆਂ 'ਚ ਰਗੜਨ ਵਾਲਾ ਜਿਹੜਾ ਮੋਨੂ ਮਿਸ਼ਰਾ ਆ, ਉਹਦਾ ਬਾਪ ਜਿਹੜਾ ਹੈਗਾ ਉਹ ਹੋਮ ਮਿਨਿਸਟਰ ਫਾਰ ਸਟੇਟ ਹੈਗਾ ਇੰਡੀਆ ਦਾ, ਔਰ ਜਿਹੜਾ ਹੋਮ ਮਿਨਿਸਟਰ ਆਫ ਸਟੇਟ ਆ ਉਹ ਭਾਸ਼ਣ ਦੇ ਕੇ ਜਾਂਦਾ ਆ ਕਿ ਮੈਂ ਹੋਮ ਮਿਨਿਸਟਰ ਬਾਅਦ 'ਚ ਆ, ਮੈਂ MP ਬਾਅਦ 'ਚ ਆ, ਮੈਂ ਵਿਧਾਇਕ ਬਾਅਦ 'ਚ ਆ, ਮੈਨੂੰ ਤੁਸੀਂ ਜਾਣਦੇ ਨਹੀਂ, ਮੈਂ ਪਹਿਲਾਂ ਇੱਕ ਬਦਮਾਸ਼ ਆ, ਤੁਸੀਂ ਇੱਥੋਂ ਚਲੇ ਜਾਓ, ਨਹੀਂ ਜਾਓਗੇ ਤਾਂ ਤੁਹਾਨੂੰ ਭਜਾ ਦਿੱਤਾ ਜਾਏਗਾ। ਇਸ ਕਿਸਮ ਦਾ ਭਾਸ਼ਣ ਜਿਹੜਾ ਹੈਗਾ ਉਹ ਇੱਕ ਹੋਮ ਮਿਨਿਸਟਰ ਆਫ ਸਟੇਟ ਫਾਰ ਹੋਮ ਜਿਹੜਾ ਦੇ ਰਿਹਾ ਹੈਗਾ, ਉਹਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਆ ਔਰ ਉਹਨੂੰ ਮਿਨਿਸਟਰੀ 'ਚੋਂ ਕੱਢਿਆ ਜਾਣਾ ਚਾਹੀਦਾ ਆ। ਜਿੰਨਾ ਚਿਰ ਉਹ ਹੋਮ ਮਿਨਿਸਟਰ ਆ ਉਹਨਾਂ ਚਿਰ ਉਹਦੇ ਮੁੰਡੇ ਤੇ ਕਾਰਵਾਈ ਕੌਣ ਕਰ ਸਕਦਾ ਆ? ਤੁਸੀਂ ਸਿਆਣੇ ਹੋ ਜੀ, ਤੁਸੀਂ ਇਸ ਚੈਨਲ ਨੂੰ ਰਿਪਰੈਜ਼ੈਂਟ ਕਰਦੇ ਆ। ਪੰਜਾਬ ਦੇ ਵਿੱਚ ਕੋਈ ਛੋਟਾ ਮੋਟਾ ਭਾਰਤ ਦੇ ਵਿੱਚ ਕੇਸ ਬਣਿਆ ਹੋਵੇ ਤਾਂ ਜੇ ਕੋਈ ਪੇਸ਼ ਨਹੀਂ ਹੁੰਦਾ ਕੰਸਰਨਡ ਬੰਦਾ ਤਾਂ ਸਾਰਾ ਡੰਗਰ ਵੱਛਾ ਸਾਰਾ ਪਰਿਵਾਰ ਜਿਹੜਾ ਫੜ ਕੇ ਬਿਠਾਰਿਆ ਜਾਂਦਾ ਔਰ ਇੱਕ ਹਫ਼ਤੇ ਬਾਅਦ ਜਿਹੜਾ ਹੈ ਮੰਤਰੀ ਦਾ ਪੁੱਤ ਉਹ ਦਨਾਉਂਦਾ ਫਿਰਦਾ ਆ। ਔਰ ਇਸ ਕਤਲ ਦੇ ਵਿੱਚ ਜੀ ਮੈਂ ਤੁਹਾਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਆ ਕਿ ਕੇਵਲ ਮੋਨੂ ਮਿਸ਼ਰਾ ਜ਼ਿੰਮੇਵਾਰ ਨਹੀਂ ਹੈ, ਕੇਵਲ ਅਜੇ ਮਿਸ਼ਰਾ ਜ਼ਿੰਮੇਵਾਰ ਨਹੀਂ ਹੈ, ਇਹ ਭਾਰਤ ਸਰਕਾਰ ਜ਼ਿੰਮੇਵਾਰ ਹੈਗੀ ਆ, BJP ਪਾਰਟੀ ਜ਼ਿੰਮੇਵਾਰ ਹੈ, RSS ਜ਼ਿੰਮੇਵਾਰ ਆ ਔਰ ਇਹਨਾਂ ਸਾਰਿਆਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਆ। ਤੇ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ, ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਆ ਪਹੁੰਚਾ ਰਹੇ ਹੋ। ਔਰ RSS ਦਾ ਇਤਿਹਾਸ ਤੁਹਾਨੂੰ ਪਤਾ ਹੈਗਾ, 1925 ਦੇ ਵਿੱਚ ਇਹ ਬਣੀ ਸੀਗੀ। 1925 ਤੋਂ 47 ਤੱਕ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਜਿਹੜਾ ਉਹਦੇ ਵਿੱਚ ਬੱਬਰ ਅਕਾਲੀ ਲਹਿਰ ਆਉਂਦੀ ਹੈਗੀ ਆ, ਸ਼ਹੀਦ ਭਗਤ ਸਿੰਘ ਹੋਣਾ ਵਾਲੀ ਲਹਿਰ ਆਉਂਦੀ ਆ, ਕਿਰਤੀ ਕਿਸਾਨ ਲਹਿਰ ਆਉਂਦੀ ਆ, ਉਹਦੇ ਵਿੱਚ ਸਾਡਾ ਜਿਹੜਾ ਸ਼ਹੀਦ ਊਧਮ ਸਿੰਘ ਸੂਰਮਾ ਆਉਂਦਾ ਹੈਗਾ। ਇਹ 25 ਸਾਲ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਬੜੇ ਮਹੱਤਵਪੂਰਨ ਆ। ਔਰ RSS ਨੇ ਕੀ ਕੀਤਾ ਇਹਨਾਂ 22 ਸਾਲਾਂ ਦੇ ਵਿੱਚ? ਉਹਨਾਂ ਨੇ ਕਿਹਾ ਆਪਣੀ ਤਾਕਤ ਸਾਂਭ ਕੇ ਰੱਖੋ, ਇਹਨਾਂ ਨੂੰ ਲੜਨ ਦਿਓ, ਜਦੋਂ ਦੇਸ਼ ਆਜ਼ਾਦ ਹੋ ਜਾਏਗਾ ਅਸੀਂ ਹਿੰਦੂਤਵ ਜਿਹੜੀ ਸਟੇਟ ਹੈ ਉਹ ਕਾਇਮ ਕਰਾਂਗੇ। ਉਹਦੇ ਵਿੱਚ ਮਿਨੋਰਟੀਜ਼ ਨੂੰ, ਉਹ ਭਾਵੇਂ ਮੁਸਲਮਾਨ ਹੋਣ, ਭਾਵੇਂ ਕ੍ਰਿਸਚਨ ਹੋਣ, ਭਾਵੇਂ ਸਿੱਖ ਹੋਣ, ਉਹਨਾਂ ਨੂੰ ਦਰੜਾਂਗੇ। ਸਾਡੇ ਵਿਰੋਧੀ ਜਿਹੜੇ ਆ ਉਹ ਕਮਿਊਨਿਸਟ ਹੋਣ, ਭਾਵੇਂ ਅਸੀਂ ਉਹਨਾਂ ਨੂੰ ਦਰੜਾਂਗੇ। ਸੋ ਇਹ ਜਿਹੜੀ ਜ਼ਿੰਮੇਵਾਰੀ ਆ, ਇਹ ਕਾਤਲ ਕੱਲਾ ਮੋਨੂ ਮਿਸ਼ਰਾ ਜਾਂ ਅਜੇ ਮਿਸ਼ਰਾ ਨਹੀਂ ਹੈ। ਮੈਂ ਰਿਪੀਟ ਕਰ ਰਿਹਾ ਕਿ ਪੂਰੀ ਦੀ ਪੂਰੀ ਭਾਰਤ ਸਰਕਾਰ ਕਾਤਲ ਹੈਗੀ ਆ। ਔਰ ਕੜੀਆਂ ਦੇਖੋ ਕਿਵੇਂ ਜੁੜਦੀਆਂ। SDM ਕਰਨਾਲ ਦਾ ਕਹਿੰਦਾ ਜਿਹੜਾ ਅੱਗੇ ਆਉਂਦਾ ਹੈਗਾ ਉਹਦਾ ਸਿਰ ਪਾੜ ਦਿਓ ਜੀ, ਸਿਰ ਪਾੜ ਦਿਓ ਦਾ ਮਤਲਬ ਮਾਰ ਦਿਓ। ਫਿਰ ਜਿਹੜਾ ਸਾਡਾ ਇਹ CM ਖੱਟੜ ਸਾਹਿਬ ਆ ਉਹ ਸ਼ਰੇਆਮ ਕਹਿੰਦੇ ਆ ਜੀ ਡਾਂਗਾਂ ਇਕੱਠੀਆਂ ਕਰੋ, ਬੰਦੇ ਇਕੱਠੇ ਕਰੋ। ਇਹ ਵੱਖਰੀ ਗੱਲ ਆ ਕਿ ਲੋਕਾਂ ਦੇ ਦਬਾਅ ਹੇਠ ਉਹਨਾਂ ਨੂੰ ਇਹ ਬਿਆਨ ਵਾਪਸ ਲੈਣੇ ਪੈਂਦੇ ਆ, ਪਰ ਉਹਨਾਂ ਦੀ ਨੀਤ ਤਾਂ ਸਪਸ਼ਟ ਹੋ ਗਈ ਨਾ। ਇਸੇ ਤਰ੍ਹਾਂ ਜਦੋਂ ਮੰਤਰੀ ਇਹ ਗੱਲ ਕਹਿਣ ਲੱਗ ਜਾਣ, ਔਰ ਅੱਜ ਮੈਂ ਸਲੂਟ ਕਰਦਾ ਜਿਹੜੇ ਭਾਰਤ ਦੇ ਵਿੱਚ ਕਿਸਾਨ ਮੋਰਚੇ ਦੇ ਲੀਡਰ ਨੇ, ਜਿਨ੍ਹਾਂ ਨੇ ਧਰਮ ਤੋਂ ਉੱਪਰ ਉੱਠ ਕੇ, ਜਾਤ ਤੋਂ ਉੱਪਰ ਉੱਠ ਕੇ, ਸਟੇਟ ਤੋਂ ਉੱਪਰ ਉੱਠ ਕੇ ਇਹ ਸਾਬਤ ਕਰਤਾ ਕਿ ਇਹ ਕਿਸਾਨਾਂ ਦਾ ਮਸਲਾ ਹੈਗਾ ਔਰ ਇਹਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਵੀ ਪਾੜ ਨਹੀਂ ਸਕਦੇ। 26 ਜਨਵਰੀ ਨੂੰ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ, ਭਾਰਤ ਸਰਕਾਰ ਨੇ ਲੋਕਾਂ ਨੂੰ, ਕਿਸਾਨਾਂ ਨੂੰ ਪਾੜਨ ਦਾ ਯਤਨ ਕੀਤਾ। ਉਹਨਾਂ ਦੀ ਚਾਲ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ। ਹੁਣ ਵੀ ਲਖੀਮਪੁਰ ਖੀਰੀ ਦੇ ਵਿੱਚ ਵੀ ਇਹੀ ਖੇਡ ਖੇਡੀ ਗਈ ਆ, ਪਰੰਤੂ ਲੋਕਾਂ ਨੇ ਇਹ ਕਾਮਯਾਬ ਨਹੀਂ ਹੋਣ ਦਿੱਤੀ, ਨਾ ਹੀ ਹੋਣ ਦੇਣਗੇ। ਅਸੀਂ ਫਾਰਮਰ ਸਪੋਰਟ ਗਰੁੱਪ ਵੱਲੋਂ, ਪ੍ਰਵਾਸੀ ਪੰਜਾਬੀ ਪੈਨਸ਼ਨਰਜ਼ ਵੱਲੋਂ, ਜਿਹੜੇ ਸਾਡੀਆਂ ਹੋਰ ਜਥੇਬੰਦੀਆਂ ਆ, ਉਹਨਾਂ ਸਾਰਿਆਂ ਵੱਲੋਂ ਇਹ ਐਲਾਨ ਕਰਦੇ ਆ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇਹ ਲੜਾਈ ਜਿਹੜੀ ਆ ਜਾਰੀ ਰੱਖਾਂਗੇ। ਬਹੁਤ ਮਿਹਰਬਾਨੀ, ਧੰਨਵਾਦ ਜੀ। ਸੋ ਤੁਸੀਂ ਦੇਖ ਸਕਦੇ ਹੋ ਰੈਲੀ ਦੇ ਵਿੱਚ ਹਰ ਵਰਗ ਆਪਣੇ ਆਪਣੇ ਵਾਹੀਕਲ ਲੈ ਕੇ, ਆਪਣੇ ਆਪਣੇ ਮੋਟਰਸਾਈਕਲ ਲੈ ਕੇ, ਕਿਸੇ ਕੋਲੇ ਕਿਸ ਮਾਡਲ ਦਾ, ਕਿਸੇ ਕੋਲੇ ਕਿਸ ਮਾਡਲ ਦਾ, ਔਰ ਇਹ ਰੈਲੀ ਦਾ ਆਗਾਜ਼ ਕਰ ਚੁੱਕੇ ਨੇ। ਔਰ ਇਹ ਰੈਲੀ ਅਲੱਗ-ਅਲੱਗ ਸਟਰੀਟਾਂ ਤੋਂ ਹੁੰਦੇ ਹੋਏ ਡਾਊਨਟਾਊਨ ਟੋਰਾਂਟੋ ਇੰਡੀਅਨ ਕੌਂਸਲੇਟ ਦੇ ਵਿੱਚ ਹਾਜ਼ਰੀ ਭਰੇਗੀ ਔਰ ਉਸ ਦੇ ਬਾਅਦ ਦੇ ਵਿੱਚ ਇਹ ਉੱਥੋਂ ਅੱਗੇ ਡੰਡਾਸ ਸਕੁਆਇਰ ਜਿਹੜਾ ਬਹੁਤ ਵੱਡੀ ਪਾਰਕ ਆ, ਉੱਥੇ ਜਾ ਕੇ ਇਹਨਾਂ ਨੇ ਠਹਿਰ ਕਰਨੀ ਹੈ ਔਰ ਲੋਕਾਂ ਨੂੰ ਇਸ ਜਿਹੜੀ ਕਿਸਾਨ ਮਾਰੂ ਨੀਤੀਆਂ ਨੇ ਉਹਨਾਂ ਤੋਂ ਜਾਣੂ ਕਰਵਾਇਆ ਜਾਊਗਾ ਵੀ ਸਰਕਾਰਾਂ ਕਿਸ ਤਰ੍ਹਾਂ
ਕਿਸਾਨਾਂ ਦੇ ਉੱਪਰ ਤਸ਼ੱਦਦ ਕਰ ਰਹੇ ਆ ਔਰ ਕਿਸ ਤਰ੍ਹਾਂ ਕਿਸਾਨਾਂ ਨੂੰ ਮਾਰਿਆ ਜਾ ਰਿਹਾ। ਸੋ ਤੁਸੀਂ ਦੇਖ ਸਕਦੇ ਹੋ ਬਈ ਇਸ ਰੈਲੀ ਦੇ ਆਗਾਜ਼ ਦੇ ਵਿੱਚ ਕਿਸ ਤਰ੍ਹਾਂ ਖੁਸ਼ੀ ਦੀ ਲਹਿਰ ਹੈ। ਔਰ ਜਦੋਂ ਕਿ ਇਹ ਲੋਕ ਕਿਹਾ ਜਾਂਦਾ, ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਹੋਰ ਵੀ ਮੋਟਰਸਾਈਕਲ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੜੀ ਖੁਸ਼ੀ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਜਾ ਰਿਹਾ। ਔਰ ਮੋਟਰਸਾਈਕਲਾਂ ਦੇ ਨਾਲ ਨਾਲ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਜੀਪਾਂ ਜਿਹੜੀਆਂ ਹੁਣ ਮੋਟਰਸਾਈਕਲ ਖਤਮ ਹੋ ਚੁੱਕੇ ਨੇ, ਹੁਣ ਜੀਪਾਂ ਸਟਾਰਟ ਹੋ ਗਈਆਂ ਨੇ। ਔਰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਜੀਪਾਂ ਨੇ ਅਲੱਗ-ਅਲੱਗ ਸੋ ਤੁਸੀਂ ਦੇਖ ਸਕਦੇ ਹੋ ਸਭ ਤੋਂ ਮੂਹਰੇ ਹਮਰ ਹੈ ਔਰ ਪਿੱਛੇ ਸਭ ਤੋਂ ਪਿੱਛੇ ਉਸ ਦੇ ਬਾਅਦ ਜੀਪ ਆ, ਫਿਰ ਦੂਜੀਆਂ ਜਿਹੜੀਆਂ ਜੀਪਾਂ ਨੇ ਜੀ ਉਹ ਸ਼ੁਰੂ ਹੋ ਚੁੱਕੀਆਂ ਨੇ। ਔਰ ਇਹ ਜੀਪ ਕਲੱਬ ਦੀਆਂ ਜਿਹੜੀਆਂ ਜੀਪਾਂ ਨੇ ਅਲੱਗ-ਅਲੱਗ ਸਟਾਈਲ ਦੀਆਂ, ਕਿਉਂਕਿ ਚਾਹੇ ਅਸੀਂ ਇੰਡੀਆ ਤੋਂ ਦੂਰ ਹਾਂ ਪਰ ਸਾਨੂੰ ਇੰਡੀਆ ਵਰਗਾ ਮਾਹੌਲ ਇੱਥੇ ਦੇਖਣ ਨੂੰ ਮਿਲ ਸਕਦਾ। ਔਰ ਤੁਸੀਂ ਦੇਖੋ ਕਿਸ ਤਰ੍ਹਾਂ ਇੱਥੇ ਸਜਾ ਕੇ ਆਪਣੀਆਂ ਜੀਪਾਂ ਜਿਹੜੀਆਂ ਲੈ ਕੇ ਜਾ ਰਹੇ ਨੇ ਔਰ ਇਸ ਰੈਲੀ ਦੇ ਵਿੱਚ ਹਮਾ ਕੇ ਲੋਕ ਹਿੱਸਾ ਲੈ ਰਹੇ ਨੇ ਔਰ ਸਾਥ ਦੇ ਰਹੇ ਨੇ। ਸੋ ਹਰ ਇੱਕ ਵਰਗ ਆਪਣੀ ਦਿਲੋਂ ਇਸ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਿਹਾ ਹੈ। ਔਰ ਜਿਹੜਾ ਇਹ ਲਖੀਪੁਰ ਯੂਪੀ ਦੇ ਵਿੱਚ ਇਹ ਘਟਨਾਕ੍ਰਮ ਹੋਇਆ ਉਸ ਦੀ ਪੂਰੀ ਨਿੰਦਾ ਕਰਦਾ ਹੈ ਔਰ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਸਾਰਾ ਵਰਗ ਖੜਾ ਹੋ ਰਿਹਾ। ਔਰ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਜਿਹੜੀ ਜਰਨੀ ਟੂ ਕਰਤਾਰਪੁਰ ਸਾਹਿਬ ਇੱਕ ਬੱਸ ਚਲਾਈ ਗਈ ਸੀ ਇੱਥੋਂ, ਉਹ ਵੀ ਇਸ ਦੇ ਵਿੱਚ ਹਿੱਸਾ ਲਿਆ। ਔਰ ਇਹ ਬੱਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦੇ ਮੌਕੇ ਦੇ ਉੱਤੇ ਆਪਣੇ ਇੱਥੋਂ ਚਲਾਈ ਗਈ ਸੀ, ਜੋ ਕਿ 3 ਮਹੀਨੇ ਲਾ ਕੇ ਕਰਤਾਰਪੁਰ ਸਾਹਿਬ ਪਹੁੰਚੀ ਸੀ। ਔਰ ਤੁਸੀਂ ਦੇਖ ਸਕਦੇ ਹੋ ਕਿਸਾਨੀ ਦੇ ਝੰਡੇ ਲਾ ਕੇ ਔਰ ਅਲੱਗ-ਅਲੱਗ ਕੈਨੇਡਾ ਦੇ ਮੋਟਰਸਾਈਕਲ ਕਲੱਬ, ਜੀਪ ਕਲੱਬ, ਐਨਫੀਲਡ ਮੋਟਰਸਾਈਕਲ ਕਲੱਬ, ਹਰ ਇੱਕ ਵਰਕਰ ਨੂੰ ਆਪਣੇ ਆਪਣੇ ਕਲੱਬ ਦੇ ਝੰਡੇ ਲਾ ਕੇ ਜਸਟਿਸ ਡਿਨਾਈ ਸੋ ਇਸ ਤਰ੍ਹਾਂ ਦਾ ਵੀ ਸਲੋਗਨ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ। ਮੋਟਰਸਾਈਕਲ ਕਲੱਬ, ਜੀਪ ਕਲੱਬ, ਹਰ ਇੱਕ ਵਰਗ ਆਪਣੇ ਕੰਨੀਓਂ ਹਮਾ ਕੇ ਇਸ ਦੇ ਜਿਹੜੀ ਰੈਲੀ ਇਸ ਦੇ ਵਿੱਚ ਹਿੱਸਾ ਲਿਆ। ਔਰ ਹਿੱਸਾ ਲੈ ਕੇ ਅੱਜ ਉਹ ਟੋਰਾਂਟੋ ਕੌਂਸੂਲੇਟ ਜਾਣਗੇ, ਉੱਥੇ ਉਹਨਾਂ ਨੂੰ ਇਸ ਰੋਸ ਦੇ ਵਿੱਚ ਮੇਬੀ ਮੈਮੋਰੈਂਡਮ ਵੀ ਦਿੱਤਾ ਜਾਵੇ, ਕਿਉਂਕਿ ਅੱਜ ਵੈਸੇ ਛੁੱਟੀ ਦਾ ਦਿਨ ਆ ਪਰ ਫਿਰ ਵੀ ਇਹਨਾਂ ਕੰਨੀਓਂ ਕੋਸ਼ਿਸ਼ ਕੀਤੀ ਜਾਏਗੀ। ਔਰ ਉਸ ਦੇ ਬਾਅਦ 'ਚ ਡੰਡਾ ਸਕੁਆਇਰ ਦੇ ਉੱਪਰ ਜਾ ਕੇ ਉੱਥੇ ਗੱਡੀਆਂ ਖੜੀਆਂ ਕਰਕੇ ਹਰ ਇੱਕ ਨੂੰ ਜਾਗਰੂਕ ਕਰਾਇਆ ਜਾਏਗਾ ਵੀ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਇੰਡੀਆ ਦੇ ਵਿੱਚ ਤਸ਼ੱਦਦ ਹੋ ਰਿਹਾ। ਔਰ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਕੰਨੀਓਂ ਹੀ ਕਿਸਾਨਾਂ ਨੂੰ ਜੀਪਾਂ ਥੱਲੇ ਦਰੜ ਕੇ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸੋ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਔਰ ਇੰਡੀਆ ਦੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਇੱਕ ਜਿਹੜੇ ਹੁਕਮ ਹੋਇਆ ਉਹੀ ਦੱਸਣਗੇ ਵੀ ਇਹ ਜਿਹੜਾ ਜਸਟਿਸ ਮਿਲੇਗਾ ਕਿ ਨਹੀਂ ਮਿਲੇਗਾ। ਔਰ ਇਸ ਸੰਦਰਭ ਦੇ ਵਿੱਚ ਹੀ ਜਿਹੜੇ NRI ਵੀਰ ਨੇ ਉਹ ਆਪਣੇ ਕੰਨਿਓ ਹਮੇਸ਼ਾ ਹੀ ਹੁੰਗਾਰਾ ਭਰਦੇ ਰਹੇ ਨੇ ਔਰ ਅੱਗੇ ਤੋਂ ਵੀ ਹੁੰਗਾਰਾ ਭਰਦੇ ਰਹਿਣਗੇ। ਸੋ ਕੈਮਰਾਮੈਨ ਆਸ਼ੂ ਦੇ ਨਾਲ